इस ਮਨੁੱਖੀ ਜੀਵਨ ਵਿੱਚ ਆਉਣ ਤੋਂ ਬਾਅਦ ਇਨਸਾਨ ਦੇ ਬਹੁਤ ਸਾਰੇ ਐਸੇ ਸ਼ੰਕੇ ਹੁੰਦੇ ਹਨ। ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਹੁੰਦੀਆਂ ਹਨ। ਇਹ ਸ਼ੰਕਾ ਨੂੰ ਨਿਵਾਰਤ ਕਰਨਾ ਬੜਾ ਜ਼ਰੂਰੀ ਹੈ, ਕਿਉਂਕਿ ਇਹ ਸੁਭਾਅ ਦੇ ਵਿੱਚ ਜਿਹੜੇ ਸਥਿਰ ਹੋ ਜਾਂਦੇ ਹਨ, ਸੁਭਾਅ में ਸਥਿਰ ਹੋ ਜਾਂਦੇ ਹਨ। ਇਹ ਸੰਸ਼ੇ ਜਿਹੜੇ ਹੁੰਦੇ ਹਨ, ਸ਼ੰਕਾਵਾਂ ਹੁੰਦੀਆਂ ਹਨ, ਇਹ ਦਾਨਵਾਂ ਦੇ ਸਮਾਨ ਹੁੰਦੀਆਂ ਹਨ, ਅਸੁਰਾਂ ਦੇ ਸਮਾਨ ਹੁੰਦੀਆਂ ਹਨ। ਇਸ ਕਰਕੇ ਇਹਨਾਂ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ। ਇਨਸਾਨ ਮਾਂ ਦੇ ਗਰਭ ਵਿੱਚ ਆਉਣ ਤੋਂ ਬਾਅਦ 9 ਮਹੀਨੇ ਤੋਂ ਬਾਅਦ ਇਸ ਸ੍ਰਿਸ਼ਟੀ ਦੇ ਉੱਪਰ ਜਿਹੜਾ ਹੈ ਆਉਂਦਾ ਹੈ, ਇਸ ਧਰਤੀ ਦੇ ਉੱਪਰ ਆਉਂਦਾ ਹੈ। ਇਹ ਧਰਤੀ ਕਰਮ ਫਲ ਹੈ। ਇਸ ਤੋਂ ਇਨਸਾਨ, ਕੋਈ ਵੀ ਇਨਸਾਨ ਜਿਹੜਾ ਹੈ, ਇਸ ਤੋਂ ਵਿਮੁਖ ਜਿਹੜਾ ਨਹੀਂ ਹੋ ਸਕਦਾ। ਤੁਸੀਂ ਦੇਖਦੇ ਹੋ ਕਿ ਬੱਚਾ ਜਦੋਂ ਛੋਟਾ ਹੁੰਦਾ ਹੈ, ਉਹ ਮਾਂ ਆਪਣੇ ਹੱਥਾਂ ਦੇ ਵਿੱਚ ਲੈ ਕੇ ਉਸ ਨੂੰ ਦੁਲਾਰ ਕਰਦੀ ਹੈ, ਪਿਆਰ ਕਰਦੀ ਹੈ ਕਿ ਮੇਰਾ ਬੱਚਾ ਹੈ, ਉਹ ਵੱਡਾ ਹੋ ਕੇ ਕੀ ਬਣੇਗਾ, ਡਾਕਟਰ ਬਣੇਗਾ, ਇੰਜੀਨੀਅਰ ਬਣੇਗਾ, ਅਫਸਰ ਬਣੇਗਾ। ਇਸੇ ਤਰ੍ਹਾਂ ਹੀ ਬਾਪ ਉਸ ਨੂੰ ਆਪਣੇ ਸਿਰ ਦੇ ਉੱਪਰ ਉਠਾਉਂਦਾ ਹੈ, ਆਪਣੇ ਮੋਢਿਆਂ ਦੇ ਉੱਪਰ ਰੱਖਦਾ ਹੈ। ਤਾਂ ਇਸ ਦਾ ਅਰਥ ਇਹ ਹੁੰਦਾ ਹੈ ਕਿ ਬੱਚਾ ਮੇਰਾ ਸਿਰ ਜਿਹੜਾ ਹੈ ਉਹ ਉੱਪਰ ਕਰੇ, ਮੇਰੇ ਨਾਲ ਵੀ ਵੱਧ ਜਿਹੜਾ ਹੈ ਉਹ ਕਰਮ ਜਿਹੜਾ ਕਰੇ। ਸੋ ਇਸ ਧਰਤੀ ਦੇ ਉੱਪਰ ਆਉਣ ਤੋਂ ਬਾਅਦ ਕਰਮ ਜਿਹੜਾ ਹੈ ਉਹ ਇਨਸਾਨ ਨੂੰ ਜ਼ਰੂਰ ਕਰਨਾ ਪੈਂਦਾ ਹੈ। ਉਸ ਨੂੰ ਆਪਣਾ ਜੀਵਨ ਚਲਾਉਣ ਦੇ ਲਈ ਕਈ ਪ੍ਰਕਾਰ ਜਿਹੜੇ ਕਰਮ ਜਿਹੜੇ ਹੈ ਕਰਨੇ ਪੈਂਦੇ ਹਨ। ਜੇਕਰ ਬੱਚਾ ਪੜ੍ਹ ਲਿਖ ਕੇ ਵੱਡਾ ਹੋ ਗਿਆ, ਕੋਈ ਉਸਨੇ ਡਾਕਟਰੀ ਲਾਈਨ ਅਡਾਪਟ ਕਰ ਲਈ ਤਾਂ ਡਾਕਟਰ ਬਣ ਜਾਂਦਾ ਹੈ। ਇੰਜੀਨੀਅਰ ਦੀ ਕੋਈ ਪੜ੍ਹਾਈ ਕਰ ਲਈ, ਇੰਜੀਨੀਅਰ ਬਣ ਜਾਂਦਾ ਹੈ। ਬੀਟੈਕ ਕਰ ਲਈ ਉਸਨੇ, BR ਕਰ ਲਈ, PhD ਕਰ ਲਈ। ਸੋ ਸਾਰੇ ਇਨਸਾਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਹਨ, ਸਰਵਿਸ ਨਹੀਂ ਮਿਲਦੀ ਹੈ। ਉਹ ਕੋਈ ਨਾ ਕੋਈ ਕਿੱਤਾ ਜਿਹੜਾ ਹੈ ਉਹ ਅਡਾਪਟ ਜ਼ਰੂਰ ਕਰਦੇ ਹਨ। ਸੋ ਪਹਿਲੇ ਸਮੇਂ ਦੇ ਵਿੱਚ ਕਿੱਤੇ ਦੇ ਆਧਾਰ 'ਤੇ ਜਾਤਾਂ ਬਣੀਆਂ ਸਨ। ਜਿਸ ਤਰ੍ਹਾਂ ਬ੍ਰਾਹਮਣ ਦਾ ਕੰਮ ਹੈ ਉਹ ਵੇਦਾਂ ਨੂੰ ਪੜ੍ਹਨਾ, ਵੇਦਾਂ ਦੀ ਵਿਆਖਿਆ ਕਰਨਾ, ਧਾਰਮਿਕ ਸਿੱਖਿਆ ਦੇਣੀ, ਅਯੁੱਧ ਦੇ ਬਾਰੇ ਜਿਹੜਾ ਗਿਆਨ ਦੇਣਾ। ਇਸੇ ਤਰ੍ਹਾਂ ਖੱਤਰੀ ਹੈ, ਉਹ ਕਿਹਾ ਜਾਂਦਾ ਕਿ ਉਹ ਬ੍ਰਹਮਾ ਦੀਆਂ ਬੁਝਾਵਾਂ ਦੇ ਵਿੱਚੋਂ ਨਿਕਲੇ ਹਨ। ਉਹਨਾਂ ਦਾ ਕੰਮ ਹੈ ਕਿ ਰਕਸ਼ਾ ਕਰਨੀ, ਯੋਧੇ ਬਣਨੇ, ਖੱਤਰੀਆਸ। ਇਸ ਤਰ੍ਹਾਂ ਦੇ ਵੈਸ਼ ਹਨ, ਉਹਨਾਂ ਦਾ ਕੰਮ ਵਪਾਰ ਕਰਨਾ, ਖੇਤੀਬਾੜੀ ਕਰਨਾ। ਉਹ ਸ਼ੂਦਰਾਂ ਦਾ ਕੰਮ 4 ਨੰਬਰ ਸ਼ੂਦਰ ਕਿਹਾ ਜਾਂਦਾ ਹੈ। ਉਹਨਾਂ ਦਾ ਕੰਮ ਹੈ ਇਹਨਾਂ ਤਿੰਨੀਆਂ ਉੱਪਰਲੀਆਂ 3 ਜਿਹੜੀਆਂ ਸ਼੍ਰੇਣੀਆਂ ਹਨ, ਬ੍ਰਾਹਮਣ ਹੈ, ਖੱਤਰੀ ਹੈ, ਵੈਸ਼ ਹੈ, ਇਹਨਾਂ ਦੀ ਸੇਵਾ ਕਰਨੀ, ਘਰ ਦੇ ਕੰਮ ਕਰਨੇ ਜਾਂ ਹੋਰ ਕੋਈ ਕੰਮ ਕਰਨੇ। ਪਰ ਆਧੁਨਿਕ ਸਮੇਂ ਦੇ ਵਿੱਚ ਜਿਹੜਾ ਹੈ ਇਹ ਜਿਹੜੀ ਰੂਪ ਰੇਖਾ ਜਿਹੜੀ ਹੈ ਬਦਲਦੀ ਜਿਹੜੀ ਹੈ ਉਹ ਜਾ ਰਹੀ ਹੈ। ਕੋਈ ਵੀ ਇਨਸਾਨ ਕਰਮ ਤੋਂ ਬਿਨਾਂ ਨਹੀਂ ਰਹਿ ਸਕਦਾ। ਅਗਰ ਉਸਨੇ ਆਪਣਾ ਜੀਵਨ ਨੂੰ ਚਲਾਉਣਾ ਹੈ, ਗ੍ਰਸਤੀ ਜੀਵਨ ਨੂੰ ਚਲਾਉਣਾ ਹੈ, ਆਪਣੇ ਘਰ ਨੂੰ ਚਲਾਉਣਾ ਹੈ, ਮਾਂ ਬਾਪ ਦੀ ਜਿਹੜੀ ਉਹ ਸੇਵਾ ਕਰਨੀ ਹੈ, ਬੱਚਿਆਂ ਨੂੰ ਪੜ੍ਹਾਉਣਾ ਹੈ, ਤਾਂ ਉਸ ਲਈ ਉਸ ਨੂੰ ਕੰਮ ਜ਼ਰੂਰ ਕਰਨਾ ਪਏਗਾ, ਕਰਮ ਜ਼ਰੂਰ ਕਰਨਾ ਪਏਗਾ। ਬਹੁਤ ਸਾਰੇ ਜਿਹੜੇ ਕਰਮ ਹਨ। ਟੀਚਿੰਗ ਲਾਈਨ ਹੈ, ਅਧਿਆਪਕ ਜਿਹੜਾ ਬਣਨਾ ਹੈ, ਇੰਜੀਨੀਅਰ ਜਿਹੜਾ ਬਣਨਾ ਹੈ, ਜਾਂ ਖੇਤਾਂ ਵਿੱਚ ਹਲ ਚਲਾਉਣਾ ਹੈ, ਜਾਂ ਕੋਈ ਵਪਾਰ ਕਰਨਾ ਹੈ, ਡਾਕਟਰ ਬਣਨਾ ਹੈ। ਸੋ ਦੇਰ ਆਰ ਮੈਨੀ ਆਕੂਪੇਸ਼ਨਸ, ਬਹੁਤ ਸਾਰੇ ਕਿੱਤੇ ਹਨ ਜੋ ਸਾਡੇ ਕਰਮ ਦੇ ਨਾਲ ਜੁੜੇ ਪਏ ਹਨ। ਸੋ ਕਰਮ ਜਿਹੜੇ ਹਨ ਉਹ ਪਹਿਲਾਂ ਤੁਸੀਂ ਦੇਖੋ ਕਿ
ਹੱਥ ਦੇ ਨਾਲ ਜਿਹੜਾ ਆਪਾਂ ਕੰਮ ਕਰਦੇ ਹਾਂ, ਹੱਥਾਂ ਦੇ ਨਾਲ, ਉਹ ਵੀ ਸਾਡੇ ਕਰਮ ਦੇ ਵਿੱਚ ਆਉਂਦਾ ਹੈ। ਨੰਬਰ 2, ਬੋਲ ਕੇ ਆਪਾਂ ਕੋਈ ਕੰਮ ਕਰਦੇ ਹਾਂ, ਪੜ੍ਹਾਉਣ ਦਾ ਕੰਮ ਕਰਦੇ ਹਾਂ ਜਾਂ ਕੋਈ ਹੋਰ ਵਪਾਰ ਕਰਦੇ ਹਾਂ, ਬੋਲ ਕੇ ਕਰਦੇ ਹਾਂ। ਜਿਹੜੀਆਂ ਵੀ ਚੀਜ਼ਾਂ ਬੋਲਣ ਦੇ ਨਾਲ ਸੰਬੰਧ ਹਨ ਉਹ ਵੀ ਕਰਮਾਂ ਵਿੱਚ ਆਉਂਦੀਆਂ ਹਨ। ਤੀਸਰਾ ਹੈ ਚੇਤਨ ਮਨ ਦੇ ਵਿੱਚ, ਮਨ ਵਿੱਚ ਕੋਈ ਵਿਚਾਰ ਲਿਆਉਣਾ, ਮਨ ਵਿੱਚ ਵਿਚਾਰ ਲਿਆਉਣਾ ਆਪਣੇ ਮਨ ਦੇ ਅੰਦਰ, ਕਿ ਮੰਨ ਲਓ ਕਿਸੇ ਨੇ ਕੋਈ ਜਿਹੜੀ ਹੈ ਚੀਜ਼ ਲੈ ਆਉਂਦੀ ਹੈ, ਗੁਆਂਢੀ ਨੇ ਕੋਈ ਬੜੀ ਵਧੀਆ ਕਾਰ ਲੈ ਆਉਂਦੀ ਹੈ, ਮੇਰੇ ਮਨ ਦੇ ਵਿੱਚ ਇਹ ਭਾਵਨਾ ਜਾਗਰ ਹੋ ਜਾਂਦੀ ਕਿ ਉਸਨੇ ਇਹ ਕਾਰ ਕਿੱਥੋਂ ਲੈ ਆਉਂਦੀ ਹੈ, ਕਿਉਂ ਲੈ ਆਉਂਦੀ ਹੈ, ਸਾਡੇ ਕੋਲ ਕਾਰ ਬਹੁਤ ਮਾੜੀ ਹੈ। ਸੋ ਇਹ ਜੋ ਪਰਮ ਸ਼ਕਤੀ ਹੈ, ਜੋ ਪਰਮ ਸੱਤਾ ਹੈ, ਇਨਸਾਨ ਜੋ ਵੀ ਕੋਈ ਕੰਮ ਕਰਦਾ ਹੈ ਉਸ ਨੂੰ ਜਾਣ ਲੈਂਦੀ ਹੈ, ਭਾਵੇਂ ਕੋਈ ਹੱਥਾਂ ਦੇ ਨਾਲ ਕਰਦਾ, ਭਾਵੇਂ ਕੋਈ ਬੋਲ ਕੇ ਕਰਦਾ, ਚੇਤਨ ਮਨ ਦੇ ਵਿੱਚੋਂ ਭਾਵੇਂ ਕੋਈ ਕਰਦਾ। ਉਸੇ ਤਰ੍ਹਾਂ ਜਿਸ ਤਰ੍ਹਾਂ ਕੋਈ ਆਦਮੀ ਜਿੰਨਾ ਵੀ ਮਰਜ਼ੀ ਛਿਪ ਕੇ ਜਿਹੜਾ ਕੰਮ ਕਰ ਲਵੇ, ਲੇਕਿਨ ਪ੍ਰਭੂ ਤੋਂ ਜਿਹੜਾ ਹੈ ਉਹ ਛੁਪਾ ਨਹੀਂ ਸਕਦਾ, ਕਿ ਪ੍ਰਭੂ ਘਟ ਦੀ ਜਾਣਨ ਵਾਲਾ ਹੈ। ਪ੍ਰਭੂ ਹਰ ਚੀਜ਼ ਦਾ ਜਿਹੜਾ ਹੈ ਉਹ ਖਿਆਲ ਜਿਹੜਾ ਉਹ ਰੱਖਦਾ ਹੈ। ਸੋ ਕਰਮ ਜਿਹੜਾ ਹੈ ਇਨਸਾਨ ਦੇ ਜਿਹੜੇ ਹਨ ਉਹ ਪਿੱਛਾ ਨਹੀਂ ਛੱਡਦੇ। ਹੁਣ ਹਰ ਕੋਈ ਆਦਮੀ ਤਾਂ ਨਹੀਂ, ਲੇਕਿਨ ਬਹੁਤ ਵਿਰਲੇ ਇਨਸਾਨ ਜੋ ਕਹਿੰਦੇ ਹਨ ਕਿ ਜਿਹੜੇ ਕਰਮ ਹਨ ਉਹ ਪ੍ਰਭੂ ਦੁਆਰਾ ਹੀ ਨਿਰਧਾਰਿਤ ਕੀਤੇ ਜਿਹੜੇ ਉਹ ਜਾਂਦੇ ਹਨ। ਸੋ ਇਹਨਾਂ ਦਾ ਪਰਿਤਿਆਗ ਕਰਨਾ ਜਿਹੜਾ ਹੈ ਉਹ ਬੜਾ ਮੁਸ਼ਕਲ ਹੈ, ਸੰਭਵ ਹੈ। ਦੇਹ ਦੇ ਵਿੱਚ ਆ ਕੇ ਦੇਹਧਾਰੀ ਪ੍ਰਾਣੀ ਜਿਹੜਾ ਹੈ, ਇਸ ਲਈ ਸਾਰੇ ਕਰਮਾਂ ਦਾ ਪਰਿਤਿਆਗ ਕਰਨਾ ਬੜਾ ਮੁਸ਼ਕਲ ਹੈ। ਅਤੇ ਜਿਹੜਾ ਵੀ ਇਨਸਾਨ ਇਸ ਕਰਮ ਫਲ ਦਾ ਪਰਿਤਿਆਗ ਕਰਦਾ ਹੈ, ਅਸਲ ਵਿੱਚ ਵਾਸਤਵਿਕ ਦੇ ਵਿੱਚ ਉਹ ਹੀ ਤਿਆਗੀ ਜਿਹੜਾ ਕਹਿਲਾਉਂਦਾ ਹੈ। ਲੇਕਿਨ ਇਸ ਮਨੁੱਖੀ ਜੀਵਨ ਦੇ ਵਿੱਚ ਹਰ ਕੋਈ ਇਨਸਾਨ ਜਿਹੜਾ ਕਹਿੰਦਾ ਹੈ ਕਿ ਮੈਂ ਸਾਰੇ ਜਿਹੜਾ ਕੰਮ ਕਰ ਰਿਹਾ ਹਾਂ, ਮੈਂ ਖੁਦ ਪੜ੍ਹਿਆ ਹਾਂ, ਮੈਂ ਇੰਨੇ ਨੰਬਰ ਹਾਸਲ ਕੀਤੇ ਹਨ, ਇਹ ਮੇਰੇ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ, ਮੈਂ ਖਾਣ ਨੂੰ ਦੇ ਰਿਹਾ ਹਾਂ, ਇਹ ਸਾਰਾ ਕੁਛ ਜਿਹੜਾ ਹੈ ਉਹ ਮੈਂ ਹੀ ਕਰ ਰਿਹਾ ਹਾਂ। ਸੋ ਇਨਸਾਨ ਨੂੰ ਕਰਮ ਤੇ ਇਸ ਦੇਹ ਦੇ ਵਿੱਚ ਜ਼ਰੂਰ ਆ ਕੇ ਜਿਹੜੇ ਉਹ ਕਰਨੇ ਪੈਂਦੇ ਹਨ। ਲੇਕਿਨ ਜਿਹੜਾ ਇਨਸਾਨ ਜਿਹੜਾ ਹੈ ਆਪਣੇ ਕਰਮ ਫਲ ਜਿਹੜਾ ਹੈ ਉਹ ਪਰਮਾਤਮਾ ਦੇ ਉੱਪਰ ਲਗਾ ਦਿੰਦਾ ਹੈ। ਇਹ ਜਿਹੜੇ ਕਰਮ ਹਨ ਇਹ ਮੈਂ ਪਰਮਾਤਮਾ ਦੀ ਇੱਛਾ ਦੇ ਅਨੁਸਾਰ ਜਿਹੜਾ ਹੈ ਉਹ ਕਰ ਰਿਹਾ ਹਾਂ। ਨਿਸ਼ਕਾਮ ਨਾ ਵਿੱਚ ਰਹਿ ਕੇ ਕਿ ਜਿਹੜਾ ਵੀ ਇਨਸਾਨ ਕਰਮ ਕਰਦਾ ਹੈ ਉਹ ਨਿਸ਼ਕਾਮਨਾ ਹੋ ਕੇ ਇਹਨਾਂ ਕਰਮਾਂ ਨੂੰ ਕਰੇ, ਫਲ ਦੀ ਇੱਛਾ ਮਤ ਰੱਖੇ, ਕਰਮ ਜਿਹੜਾ ਕਰੇ, ਕਰਮ ਨੂੰ ਸਿਰਫ ਜਿਹੜਾ ਹੈ ਪ੍ਰਭੂ ਦੇ ਉੱਪਰੋਂ ਫਲ ਲਈ ਪ੍ਰਭੂ ਦੇ ਉੱਪਰ ਜਿਹੜਾ ਉਸ ਨੂੰ ਛੱਡ ਦੇਵੇ। ਲੇਕਿਨ ਇਹ ਵੀ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਕੋਈ ਵੀ ਜਿਹੜਾ ਕੰਮ ਹੈ, ਪ੍ਰਤੇਕ ਕਰਮ ਦਾ ਕੁਛ ਨਾ ਕੁਛ ਫਲ ਜ਼ਰੂਰ ਮਿਲਦਾ, ਕੁਛ ਨਾ ਕੁਛ ਫਲ ਜ਼ਰੂਰ ਮਿਲਦਾ ਹੈ। ਲੇਕਿਨ ਇਹ ਕਿਸ ਤਰ੍ਹਾਂ ਸੰਭਵ ਹੈ ਕਿ ਵਿਅਕਤੀ ਨੂੰ ਉਹਦੇ ਕਰਮ ਫਲਾਂ ਦਾ ਜਿਹੜਾ ਹੈ ਦੁੱਖ ਸੁੱਖ ਨਾ ਜਿਹੜਾ ਹੈ ਭੋਗਣਾ ਪਵੇ। ਲੇਕਿਨ ਉਸ ਨੂੰ ਹਰ ਇੱਕ ਇਨਸਾਨ ਨੂੰ ਜੋ ਵੀ ਕਰਮ ਕਰਦਾ ਹੈ ਉਸ ਦਾ ਸੁੱਖ ਦੁੱਖ ਉਸ ਨੂੰ ਭੋਗਣਾ ਜ਼ਰੂਰ ਪੈਣਾ ਹੈ। ਹਰੇਕ ਵਿਅਕਤੀ ਦੇ ਅੰਦਰ ਪੂਰਵ ਕਰਮ ਦੀ ਜਿਹੜੀ ਸੀਡੀ
ਵਿਦਮਾਨ ਹੁੰਦੀ ਹੈ। ਪ੍ਰਤੀਕ ਵਿਅਕਤੀ ਨੂੰ ਉਹਦੇ ਪੂਰਵ ਕਰਮਾਂ ਦਾ स्मरण करा के किसी न किसी कार्य में प्रवृत्त करते हैं। ये परमात्मा व्यक्ति के अंदर ही बैठा होंदा है। जिहड़े पूर्व कर्म जिहड़े हैं इंसान के नाल ही आउंदे हैं। सो अंतरयामी परमात्मा इंसान दे जिहड़ा है अंदर हुंदा है। सो भगवान की दिशा निर्देश अनुसार जड़ा है इंसान जड़ा काम करता है। लेकिन जिहड़ा इंसान अपने कर्म फल नूं प्रभु के उपर भगवान के उपर जड़ा है वो पा दिंदा है। जिस तरह कारखाने के विच इंसान कोई काम करता है तो उसका नाम तो दूसरे साथियों नाल कोई संबंध हुंदा है, ना ही कारखानेदार दे नाल। जदों वो इंसान वापस आउंदा है तो सारा कुछ छड्ड के उत्थे आ जाता है। उसनूं कारखाने के मालक के नाल दूसरे व्यक्तियों के नाल कोई उहदा संबंध नहीं हुंदा, क्योंकि कारखानेदार मालक की दिशा निर्देश अनुसार उसनूं काम जिहड़ा करना पैंदा है। जो भी काम करता है वो उस मालक की रज़ा उहदी दिशा दी निर्देश अनुसार जिहड़ा काम करता है। अगर वो कहे कि मैं काम जिहड़ा खुद मैं कीता है, मैं जिहड़ा डिज़ाइन जिहड़ा बनाया मैं अपने अनुसार बनाया है, तो फिर तो उस उहदे कर्मां दा फल जिहड़ा उस इंसान नूं जिहड़ा मिलेगा। अगर वो मालक की इच्छा अनुसार सारे काम करता है तो उसनूं उसदे कीते कर्मां दा कोई भी फल जिहड़ा नहीं मिलता। इस तरह इंसान अगर प्रभु की इच्छा अनुसार उहदा भाना मन के जिहड़ा है निकामना रहत हो के सारे जिहड़े कर्म प्रभु नूं समर्पित कर दिंदा है तो उहदा फल जिहड़ा आ ना तो इस जीवन में ना ही मृत्यु के पश्चात उन्हें मिलता है। क्योंकि इंसान मान लो दिल्ली गड्डी ते जड़ा जा रहा है, एक गड्डी दे विच बैठ गया है तो उसदे कोल बोझ है 10 किलो या 15 किलो का बोझ है, तो गड्डी विच वड़न तो बाद अपना जिहड़ा बोझ है उसने सिर के उपर जिहड़ा चुक्या पिया वो थले नहीं तारदा। कि उसनूं शंका है कि जे ये अपना वो ट्रंक है या कोई बोझ है उसनूं गड्डी विच रख देगा, ये किते गवाच जाएगा, दूर चला जाएगा। इस तरह इंसान जड़ा है वो प्रभु भगती विच हुंदा होया भी अपने समस्त कर्मां नूं उतारदा नहीं है। इंसान गड्डी दे विच जिहड़ा बैठा है जिसने प्रभु का ज्ञान लिया है, जिसने अपने गुरु नूं जिहड़ा धारण किया है, वो उस तरह गड्डी दे विच बैठ जाता है। उसनूं अपने सारा जिहड़ा बोझ है गुरु के उपर जिहड़ा है वो दे देना चाहिए है। जेकर वो सारे अपने जिन्नी भी कर्म हैं वो बोझ सिर के उपर रखता है, गड्डी तो जा रही है, गड्डी ने इंसान का भार भी चुकया पिया है, गड्डी ने इंसान का भार भी उठाया पिया है। जिहड़ा असी गड्डी विच बैठ के सिर के उपर बोझ उठाया पिया है वो भी गड्डी के उपर ही है। अगर असी गड्डी के उपर बैठे हाँ, अपने गुरु नूं जिहड़ा धारण किया है उस दे उपर बोझ जिहड़ा है नहीं तारिया तो गड्डी तो साडा भी भार ले जा रही है। गड्डी जिहड़ी है वो जिहड़ा सिर उपर भार नहीं चुक्या, सो भार नूं उतार के गड्डी दे विच जिहड़ा है वो रख देना चाहिए है। अर्थात अपने जिन्नी भी जिहड़ियां चिंतावां हन, सुख है दुख है, सारे प्रभु नूं जिहड़े है वो अर्पित जिहड़े वो कर देने चाहिए हैं। सो जिहड़ा इंसान है वो
ਜਿੰਨੇ ਵੀ ਉਹਦੇ ਕਰਮ ਹਨ, ਜੇਕਰ ਉਹ ਪ੍ਰਭੂ ਨੂੰ ਅਰਪਿਤ ਨਹੀਂ ਕਰਦਾ ਹੈ, ਉਸ ਦਾ ਫਲ ਖੁਦ ਲੈਂਦਾ ਹੈ ਕਿ ਮੈਂ ਇਹ ਕੰਮ ਖੁਦ ਕੀਤਾ ਹੈ, ਮੈਂ ਇਹਨਾਂ ਦੀ ਪਾਲਣਾ ਪੋਸ਼ਣਾ ਕਰ ਰਿਹਾ ਹਾਂ, ਮੈਂ ਇੱਥੇ ਇਹਨਾਂ ਦਾਨ ਦੇ ਰਿਹਾ ਹਾਂ, ਇਹ ਸਕੂਲ ਮੇਰੇ ਕਾਰਨ ਚੱਲ ਰਿਹਾ ਹੈ, ਇਹ ਅਦਾਰਾ ਮੇਰੇ ਕਾਰਨ ਚੱਲ ਰਿਹਾ ਹੈ, ਮੈਂ ਵਿਧਵਾਵਾਂ ਨੂੰ ਦਾਨ ਮੈਂ ਦੇ ਰਿਹਾ ਹਾਂ। ਤਾਂ ਜਿਸ ਜਗ੍ਹਾ 'ਤੇ ਮੈਂ ਜਿਹੜੀ ਹੈ ਉਹ ਆ ਜਾਂਦੀ ਹੈ, ਉੱਥੇ ਪ੍ਰਮਾਤਮਾ ਜਿਹੜਾ ਹੈ ਦੂਰ ਚਲਾ ਜਾਂਦਾ ਹੈ। ਅਗਰ ਇਨਸਾਨ ਤੂੰ ਹੀ ਤੋਂ ਕਿ ਜਿਹੜਾ ਵੀ ਕੰਮ ਹੈ ਉਹ ਪ੍ਰਭੂ ਨੇ ਕੀਤਾ, ਤੇਰਾ ਹੀ ਤੇਰਾ ਹੈ, ਤੇਰਾ ਹੀ ਤੇਰਾ ਹੈ, ਤਾਂ ਉਹ ਕਰਮ ਫਲ ਦੇ ਅਧੀਨ ਜਿਹੜਾ ਹੈ ਉਹ ਨਹੀਂ ਜਿਹੜਾ ਹੁੰਦਾ ਹੈ। ਸੋ ਇਹ ਕਰਮ ਜਿਹੜਾ ਕਰਮ ਹੈ, ਇਹ ਇਸਦੀ ਕੁਛ ਜਿਹੜੀਆਂ ਹਨ ਕਾਰਨ ਹੁੰਦੇ ਹਨ। ਕਰਮ ਦੇ ਪੰਜ ਕਰਮ ਦੇ ਕਾਰਨ ਹਨ। ਕਰਮ ਦਾ ਸਥਾਨ, ਜਿਸ ਨੂੰ ਆਪਾਂ ਸਰੀਰ ਕਹਿੰਦੇ ਹਾਂ। ਨੰਬਰ 2 ਕਰਤਾ, ਕਰਨ ਵਾਲਾ ਕੰਮ ਕਰਨ ਵਾਲਾ। ਨੰਬਰ 3 ਇੰਦਰੀਆਂ, ਕਰਨਮ ਉਪਕਰਨ ਯੰਤਰ, ਇੰਦਰੀਆਂ ਵੱਖ-ਵੱਖ ਪ੍ਰਕਾਰ ਦੀਆਂ ਜਿਹੜੀ ਇੰਦਰੀਆਂ ਹਨ। ਨੰਬਰ 4 ਕਈ ਪ੍ਰਕਾਰ ਦੀਆਂ ਚੇਸ਼ਟਾਵਾਂ, ਪ੍ਰਯਾਸ, ਜਿਹਨੂੰ ਆਪਾਂ ਪ੍ਰਯਾਸ ਕਹਿੰਦੇ ਹਾਂ। ਅਤੇ 5ਵਾਂ ਹੈ ਪਰਮਾਤਮਾ। ਸੋ ਸਰੀਰ ਦੇ ਅੰਦਰ ਆਤਮਾ ਕਰਮ ਕਰਦਾ ਹੈ। ਸੋ ਸਾਡੇ ਅੰਦਰ ਆਤਮਾ ਹੈ। ਸੋ ਆਤਮਾ ਔਰ ਪਰਮਾਤਮਾ ਦੋਨਾਂ ਵਿੱਚ ਅੰਤਰ ਹੈ। ਪਰਮਾਤਮਾ ਸਰਬ ਜਗ੍ਹਾ ਮੌਜੂਦ ਹੈ, ਹਰ ਜਗ੍ਹਾ ਮੌਜੂਦ ਹੈ। ਸੋ ਆਦਮੀ ਦੇ ਸਰੀਰ ਦੇ ਅੰਦਰ ਜਿਹੜਾ ਹੈ ਉਹ ਆਦਮੀ 5 ਤੱਤਾਂ ਨਾਲ ਬਣਿਆ ਹੈ। ਪਾਣੀ ਹੈ ਨੰਬਰ 1, ਦੂਜੀ ਹਵਾ ਹੈ, ਤੀਜਾ ਧਰਤੀ ਅੰਗ ਹੈ, ਚੌਥਾ ਅਗਨੀ ਤੱਤ ਹੈ, 5ਵਾਂ ਆਕਾਸ਼ ਤੱਤ ਹੈ, 6ਵੀਂ ਆਤਮਾ। ਤੁਸੀਂ ਦੇਖਦੇ ਹੋ ਕਿ ਮਰਨ ਤੋਂ ਬਾਅਦ ਇਨਸਾਨ ਜਦੋਂ ਜਲਦਾ ਹੈ ਤਾਂ ਧਰਤੀ ਅੰਗ ਧਰਤੀ ਨਾਲ ਮਿਲ ਜਾਂਦਾ ਹੈ, ਹਵਾ ਨਾਲ ਮਿਲ ਜਾਂਦੀ ਹੈ, ਪਾਣੀ ਨਾਲ ਮਿਲ ਜਾਂਦਾ ਹੈ, ਅਗਨੀ ਨਾਲ ਮਿਲ ਜਾਂਦੀ ਹੈ, ਆਕਾਸ਼ ਤੱਤ ਆਕਾਸ਼ ਨਾਲ ਮਿਲ ਜਾਂਦਾ। ਅਤੇ 6ਵੀਂ ਆਤਮਾ ਹੈ। ਇਹ ਆਤਮਾ ਨੇ ਕਿੱਥੇ ਜਾਣਾ ਹੈ, ਇਸ ਦਾ ਜਿਹੜਾ ਗਿਆਨ ਹਾਸਲ ਜਿਹੜਾ ਇਹ ਕਰਨਾ ਹੈ। ਸੋ ਇਹ ਕਰਮ ਦੀ ਜਿਹੜੀ ਇਹ ਗੱਲ ਹੋ ਰਹੀ ਹੈ, ਕਿ ਕਰਮ ਦਾ ਸਥਾਨ ਕੀ ਹੈ। ਕਰਮ ਆਪਾਂ ਕਿਸ ਤਰ੍ਹਾਂ ਕਰਦੇ ਹਾਂ? ਕਰਮ ਆਪਾਂ ਸਰੀਰ ਦੇ ਨਾਲ ਕਰਦੇ ਹਾਂ। ਅਤੇ ਅਗਰ ਸਾਡਾ ਸਰੀਰ ਹੀ ਨਹੀਂ ਹੋਏਗਾ, ਇਹ ਸਾਨੂੰ 5 ਭੂਤਕ ਨਹੀਂ ਲੱਗੇ ਹੋਣਗੇ, ਆਪਾਂ ਕਰਮ ਨਹੀਂ ਕਰ ਸਕਦੇ। ਸੋ ਅਸੀਂ 84 ਲੱਖ ਜੂਨਾਂ ਤੋਂ ਭਟਕਦੇ ਇਹ ਸਾਨੂੰ ਦੇਹ ਜਿਹੜੀ ਮਿਲੀ ਹੈ, ਇਹ ਦੇਹ 5 ਤੱਤਾਂ ਦੀ ਮਿਲੀ ਹੈ। ਇਸ ਦੇ ਵਿੱਚ ਸਾਨੂੰ ਬਹੁਤ ਸੋਹਣਾ ਸਰੀਰ ਮਿਲਿਆ ਹੈ। ਪਰਮਾਤਮਾ ਨੇ 2 ਚੀਜ਼ਾਂ ਦਿੱਤੀਆਂ ਹਨ। 2 ਅੱਖਾਂ ਹੈ, 2 ਕੰਨ ਹੈ, 2 ਲੱਤਾਂ ਹਨ, 2 ਪੈਰ ਹਨ। ਤਕਰੀਬਨ ਜਿੰਨੀਆਂ ਸਾਨੂੰ ਚਾਹੀਦੀਆਂ ਹਨ ਉਸ ਲੋੜ ਤੋਂ ਵੱਧ ਜਿਹੜੀਆਂ ਹਨ ਸਾਨੂੰ ਚੀਜ਼ਾਂ ਪ੍ਰਭੂ ਨੇ ਜਿਹੜੀਆਂ ਹਨ ਉਹ ਦਿੱਤੀਆਂ ਹਨ। ਬਿਨਾਂ ਦੇਹ ਤੋਂ ਕਰਮ ਨਹੀਂ ਹੋ ਸਕਦਾ। ਸੋ ਕਰਮ ਕਰਨ ਦੇ ਲਈ ਇਹ 5 ਭੂਤਕ ਜਿਹੜਾ ਸਰੀਰ ਹੈ ਬਹੁਤ ਜ਼ਰੂਰੀ ਹੈ। ਸੋ 84 ਲੱਖ ਜੂਨਾਂ ਨੂੰ ਪਾਰ ਕਰਨ ਤੋਂ ਬਾਅਦ ਇਹ ਪ੍ਰਭੂ ਨੇ ਸਾਨੂੰ ਜੀਵਨ ਦਿੱਤਾ, ਕਿ ਤੇਰੀ ਮਿਲਣ ਦੀ ਵਾਰੀ ਆ, ਪ੍ਰਭੂ ਨੂੰ ਮਿਲਣ ਦੀ ਵਾਰੀ ਹੈ। प्रभु को मिलने का ये जीवन जो मिला है। सो कर्म का स्थान शरीर है। इस शरीर ने इस धरती के उपर जोड़ा है वो जोड़े काम करने हैं, कार्य करने हैं। चाहे वो चंगे कर्म कर ले, माड़े कर्म कर ले, कर्म उसनूं करने पैने हैं। जेकर अपने कर्मां का फल जोड़ा है प्रभु के उपर जोड़ा सौंप दिंदा है तो उसनूं जोड़ा है वो इसका फल नहीं मिलता।
ਨਾ ਤਾਂ ਫਲ ਉਸ ਨੂੰ ਇਸ ਜੀਵਨ ਵਿੱਚ ਮਿਲਦਾ ਹੈ, ਨਾ ਉਸ ਨੂੰ ਮ੍ਰਿਤੂ ਤੋਂ ਬਾਅਦ ਜਿਹੜਾ ਜੀਵਨ ਹੈ ਉਹਦੇ ਵਿੱਚ ਮਿਲਦਾ ਹੈ। ਸੋ ਸਰੀਰ ਦੇ ਅੰਦਰ ਆਤਮਾ ਜਿਹੜਾ ਹੈ ਉਹ ਕਰਮ ਕਰਦਾ ਹੈ, ਤਾਂ ਕਰਮ ਕਰਨ ਵਾਲੇ ਨੂੰ ਕਰਮ ਫਲ ਮਿਲਦਾ ਹੈ। ਸੋ ਇਹ ਕਰਤਾ ਜਿਹੜਾ ਹੈ ਕਹਿਲਾਉਂਦਾ ਹੈ, ਸਬਜੈਕਟ। ਜਿਸ ਤਰ੍ਹਾਂ ਆਈ ਗੋ ਟੂ ਦੀ ਸਕੂਲ, ਸਕੂਲ ਕੌਣ ਗਿਆ? मैं गया, मैं स्कूल गया। मैं यह काम करने गया, तो काम करने कौन गया? कर्ता, कर्ता करने गया। आत्मा ज्ञाता है, ज्ञानवान है, और कर्ता है, काम करने वाला है। सो हुण काम जिहड़ा है वो इंसान अपने आप तो कर नहीं सकता। हुण मान लो कि मेरा दिल करदा कि मैं सेब खावां, मेरा दिल करदा कि मैं घूमण जावां। सो इसनूं किसने प्रतिबद्ध किया, किसने किया? ਇਹਦੇ ਕੋਈ ਉਪਕਰਨ ਤੇ ਜ਼ਰੂਰ ਹੋਣਗੇ ਨਾ। ਸੋ ਕਰਮ ਦੇ ਉਪਕਰਨ ਕਿਹੜੇ ਹਨ? ਇੰਦਰੀਆਂ, ਇੰਦਰੀਆਂ ਜਿਹੜੇ ਉਪਕਰਨ ਜਿਹੜੇ ਹਨ। ਸੋ ਇਨਸਾਨ ਦਾ ਪੰਜ ਭੌਤਿਕ ਸਰੀਰ ਜਿਹੜਾ ਹੈ ਉਹ ਇੰਦਰੀਆਂ ਦੇ ਅਧੀਨ ਹੈ। इन्हां इंद्रियां के अधीन है। सो जी अंदर जी आत्मा बैठी है, इंसान की जी आत्मा जी बैठी है, वो इन्हां इंद्रियां द्वारा वख-वख तरह के कर्म जी है करवाउंदी है। सो इंद्रियां नूं जानना भी बहुत ज़्यादा जरूरी है। किसी वक्त इसके बारे विचार कर लिया जाएगा। सो हर एक काम करन दे लई सब तो पहला चेष्टा जी है बहुत जी वो जरूरी है। प्रयास, चेष्टा, प्रयास जिहड़ा 4 नंबर पर आप कहा ना कि अनेक प्रकार दी जी चेष्टावां हुंदियां हन। प्रयास, प्रयास जिहड़ा बिना प्रयास तो जिहड़ा है कोई भी काम जिहड़ा नहीं हो सकता। सो प्रयास जिहड़ा जरूर करना है। मान लो सामने खाना पिया, आप प्रयास ही नहीं करते, साड़ियाँ जी इंद्रियां प्रयास नहीं करदियाँ। जो मन इंसान बीमार होंदा उसके सामने कई तरह के फल जोड़े रखे जाते हैं, दुध रखा जाता है, फल फ्रूट रखे जाते हैं, लेकिन वो इंद्रियां प्रयास नहीं करदियाँ। तो ये कर्म किस तरह होएगा? कर्म हो ही नहीं सकता। सो चेष्टा, प्रयास काम करने के लिए बहुत जरूरी है। हुण आपां जान लिया कि शरीर है, करता है, इंद्रियां हन, चेष्टावां हन, लेकिन सारियां जिहड़ियां ने ये परमात्मा दे अधीन हन। ये सारे जिन्ने भी जिहड़े काम हन, कार्यकलाप हन, ये परमात्मा की इच्छा ते निर्भर करते हैं। परमात्मा की, परमात्मा जो परम शक्ति जो इस ब्रह्मांड नहीं अनेकों ब्रह्मांड जिहड़े आपां नहीं खोजे, आकाशां आकाश, पतालां पताल, कई किस्म के जिहड़े ब्रह्मांड हैं, एक नहीं बहुत सारे ब्रह्मांड हैं जिन्हां बारे सानूं अजे तक इंसान खोज नहीं सकिया। सो ये जिन्ने भी आप कर्म करते हैं सारे परमात्मा की इच्छा दे विच विलिंगनैस ते निर्भर जिहड़े करते हैं। सो परमात्मा जिहड़ा है इंसान दे हिरदे दे विच एक मित्र के रूप दे विच जिहड़ा है वो बैठा जिहड़ा होया है। परमात्मा की जगह है इंसान दे अंदर है। सो हुण मेन कारण जिहड़ा इत्थे की है? मेन कारण जिहड़ा है कि
परम कारण सिर्फ परमेश्वर है। सो अंदर तो जो साढ़े विद्यमान है, परमात्मा विद्वान है, परम कारण तो है, परम कारण असी नहीं है। सो जो इंसान इन्हां परिस्थितियां दे विच अंतरयामी परमात्मा की दिशा के अनुसार भगवान नूं, प्रभु नूं समर्पित हो के कर्म करता है, वो कोई भी कर्म फल दे विच बंधदा नहीं है, बजदा नहीं है। कि कोई भी जिहड़ी परिस्थिति है जिहदे विच आपां कर्म करते हाँ, सो कर्म जिहड़े हन उहदा परम कारण, प्रमुख कारण परमात्मा है, जो इंसान दे अंदर विद्यमान है। जो इंसान जिहड़ा पैदा होया, उसके पैदा होने ते उसे वक्त परमात्मा उसदे अंदर आसीन हो गया, मित्र रूप दे विच उसदे अंदर आ गया। सो परम कारण की है? परमेश्वर जिहड़ा अंदर बैठा है, वो कर्मां नूं वो जिहड़ा लीड कर रहा है, चला रहा है। सो कर्म किस तरह चलने हैं? पंच भूतक शरीर दे विच आके ये प्रभु जो अंदर बैठा उसकी दिशा निर्देश अनुसार जिहड़ा है इंसान ने जिहड़े काम जिहड़े करते हैं, सो दिशा निर्देश तो प्रभु दे रहा है। सो ये किस तरह कहा जा सकता है कि मैं काम कर रहा हाँ, मैं मकान बनाया है, मैं घर बनाया है, मैं पढ़ाया है, मैं पढ़िया है, मैं खाण नूं दिंदा है। सो इस स्थिति नूं जो इंसान जिहड़ा जान लैंदा है, सो प्रभु दे दिशा निर्देश अनुसार काम करता है, भगवान के अधीन हो के जिहड़ा काम करता है, सो कोई भी कर्म फल दे विच नहीं जिहड़ा है वो बजदा, क्योंकि सारे काम ही प्रभु नूं समर्पित जिहड़े वो हो जाते हैं। इस करके जिहड़ा कोई भी जिहड़ा काम है, जिस तरह कारखाने की उदाहरण जिहड़ी दित्ती गई है, वो कोई भी कार्य लिए खुद किस तरह जिम्मेवार हो सकता है? वो तो कारखानेदार मालक की दिशा के निर्देश अनुसार काम कर रहा, उत्तरदायी किस तरह हो सकता है? इसलिए जो भी उन्हें काम किया है, जो मशीन बनाई है, जो टूल्स बनाए हैं, जो कोई कापियां बनाइया हैं या पेन बनाए हैं, वो मालक की दिशा निर्देश अनुसार जिहड़े बनाए हैं। इस करके कोई भी मन के उपर जिहड़ी कल्पना करन दी जिहड़ी जरूरत नहीं है, क्योंकि सब कुछ परमेश्वर, सुप्रीम पावर, सुप्रीम गॉड, द वन गॉड विच इज एग्जिस्टेड इन द ब्रह्मांड, परमात्मा भगवान की इच्छा अनुसार जिहड़ा है वो सारा कुछ होया है। इसलिए प्रभु ये कहते हैं कि सब कुछ छोड़ के मेरी शरण में आ जा। सब कुछ छड्डण का मीनिंग की है कि जो जिहड़े काम हैं, प्रभु का नाम तो सदा मौजूद है, सदा रहेगा। प्रभु कभी जमदा नहीं है, मरदा नहीं है, डरदा नहीं है, सड़दा नहीं है, सदा विद्यमान है। असी अपने कार्य लिए अपने आप जिम्मेवार समझते हैं, लेकिन सारे कार्यों कामों नूं प्रभु के उपर जिहड़ा है वो छड्डना ही जिहड़ा है वो बुद्धिमता है। लेकिन जिहड़ा इंसान ये जिहड़े है कारण हैं, इन्होंने कारणों ना मन के अपने आप को कहता कि मैं काम किया है, एक मात्र जिहड़ा करता मनता है, परम करता तो अंदर बैठा है। इसलिए इंसान बहुत बुद्धिमान नहीं हो सकता, उसनों आपां जिहड़ा है वो बुद्धिमान इंसान नहीं कह सकते, क्योंकि वस्तुओं वो सही तौर पर नहीं देख सकता, क्योंकि उसनों वो अख नहीं लगी हुई है। जो वेखण वाली जिहड़ी अख जिहड़ी है उसनों चाहिदी सी। सो इंसान वो व्यक्ति ये नहीं समझदा कि परमात्मा तो उसके अंदर मित्र रूप दे विच बैठा पिया आ,
ਜੋ ਸਾਰੇ ਕਰਮਾਂ ਲਈ ਦਿਸ਼ਾ ਨਿਰਦੇਸ਼ ਜਿਹੜਾ ਉਹ ਕਰ ਰਿਹਾ ਹੈ, ਸੰਚਾਲਨ ਕਰ ਰਿਹਾ ਹੈ, ਉਹਦੇ ਸਾਰੇ ਕਰਮਾਂ ਨੂੰ ਚਲਾ ਰਿਹਾ ਹੈ। ਲੇਕਿਨ ਜੇਕਰ ਫਿਰ ਵੀ ਇਨਸਾਨ ਸਥਾਨ ਹੈ, ਕਰਤਾ ਹੈ, ਚੇਸ਼ਟਾ ਹੈ, ਇੰਦਰੀਆਂ, ਇਹ ਭੌਤਿਕ ਕਾਰਨ ਹਨ। ਜੇਕਰ ਇਹਨਾਂ ਕਾਰਨਾਂ ਨੂੰ ਮੁੱਖ ਜਿਹੜਾ ਮੰਨਦਾ ਹੈ ਤਾਂ ਫਿਰ ਉਹ ਬੁੱਧੀਮਾਨ ਇਨਸਾਨ ਨਹੀਂ ਹੋ ਸਕਦਾ, ਕਿਉਂਕਿ ਅੰਤਮ ਮੁੱਖ ਕਾਰਨ ਕੇਵਲ ਤੇ ਕੇਵਲ ਭਗਵਾਨ ਹਨ, ਸਰਵ ਸ਼ਕਤੀਮਾਨ ਪਰਮਾਤਮਾ ਹਨ। ਸੋ ਇਸ ਲਈ ਇਨਸਾਨ ਨੂੰ ਇਹ ਚਾਹੀਦਾ ਹੈ ਕਿ ਕੇਵਲ ਚਾਰ ਜਿਹੜੇ ਭੌਤਿਕ ਕਾਰਨ ਹਨ, ਭੌਤਿਕ ਜਿਹੜੀਆਂ ਚੀਜ਼ਾਂ ਜਿਹੜੀਆਂ ਵਿਨਾਸ਼ ਹੋ ਜਾਣੀਆਂ ਹਨ, ਉਹਨਾਂ ਨੂੰ ਨਾ ਦੇਖੇ, ਸਗੋਂ ਪਰਮ ਲਕਸ਼ ਨੂੰ, ਪਰਮ ਜਿਹੜਾ ਲਕਸ਼ ਹੈ ਉਸ ਨੂੰ ਦੇਖੇ। ਜੋ ਪਰਮਾਤਮਾ ਨੂੰ ਨਹੀਂ ਦੇਖਦਾ, ਆਪਣੇ ਆਪ ਨੂੰ ਕਰਤਾ ਜਿਹੜਾ ਮੰਨਦਾ ਹੈ, ਉਹ ਪਰਮ ਲਕਸ਼ 'ਤੇ ਨਹੀਂ ਪਹੁੰਚ ਸਕਦਾ। ਉਹ ਫਿਰ ਉਸੇ ਤਰ੍ਹਾਂ 84 ਲੱਖ ਜੂਨਾਂ ਦੇ ਵਿੱਚ ਬਾਰ-ਬਾਰ ਆ ਜਿਹੜਾ ਆਏਗਾ। ਇਹ ਮਨੁੱਖ ਜੀਵਨ ਤੋਂ ਦੀ ਪੌੜੀ ਤੋਂ ਆਪਾਂ ਤਿਲਕ ਗਏ ਤਾਂ ਦੁਬਾਰਾ ਸਾਨੂੰ 84 ਲੱਖ ਜੂਨਾਂ ਦੇ ਵਿੱਚ ਜਿਹੜਾ ਹੈ ਉਹ ਆਉਣਾ ਪਏਗਾ। ਸੋ ਇਹ ਇਨਸਾਨ ਆਪਣੇ ਆਪ ਨੂੰ ਕਰਤਾ ਨਹੀਂ ਮੰਨਣਾ ਹੈ, ਅਤੇ ਕਰਤਾ ਜਿਹੜਾ ਪਰਮ ਮਿੱਤਰ ਦੇ ਰੂਪ ਦੇ ਵਿੱਚ ਤੇਰੇ ਅੰਦਰ ਬੈਠਾ ਹੈ, ਸੋ ਉਸ ਪਰਮਾਤਮਾ ਦੇ ਉੱਪਰ ਆਪਣੀ ਸਾਰੀ ਡੋਰੀ, ਸਾਰੀ ਚਿੰਤਾਵਾਂ ਜਿਹੜੀਆਂ ਹਨ ਪਰਮਾਤਮਾ ਦੇ ਉੱਪਰ ਜਿਹੜਾ ਰੱਖ ਦੇ, ਤਾਂ ਤੇਰਾ ਜਿਹੜਾ ਜੀਵਨ ਹੈ ਸਰਬ ਸੁਖ, ਸਰਬ ਆਨੰਦਮਈ ਜਿਹੜਾ ਹੈ ਉਹ ਹੋ ਜਾਏਗਾ। ਲੋਕ ਸੁਖੀ ਪਰਲੋਕ ਸਹੇਲੇ ਜਿਹੜੇ ਹੈ ਉਹ ਹੋ ਜਾਣਗੇ ਜੀ। ਆਤਮ ਪ੍ਰਕਾਸ਼।